उम्मीदां मैं आया, रख के उम्मीदां मैं आया। मेरे खुदाया दे तू सहारा, मेरे खुदाया दे तू सहारा। रख के उम्मीदां मैं आया, रख के उम्मीदां मैं आया। मेरे खुदाया दे तू सहारा, मेरे खुदाया दे तू सहारा। रोज समझान विच जोने गुनाह, तू है दयालु कर दे के मां। रोज समझान विच जोने गुनाह, तू है दयालु कर दे के मां। अपनी कृपा दा रख साया, अपनी कृपा दा रख साया। मेरे खुदाया दे तू सहारा, मेरे खुदाया दे तू सहारा। रख के उम्मीदां मैं आया, रख के उम्मीदां मैं आया। मेरे खुदाया दे तू सहारा, मेरे खुदाया दे तू सहारा। आओ ਅਸੀਂ ਖੁਦਾ ਦਾ ਧੰਨਵਾਦ ਕਰੀਏ ਅੱਜ ਦੇ ਇਸ ਦਿਨ ਦੇ ਲਈ। ਪ੍ਰਭੂ ਦੇ ਚਰਨਾਂ ਵਿੱਚ ਅਸੀਂ ਆਪਣੇ ਖਾਸ ਜ਼ਰੂਰਤਾਂ ਨੂੰ ਸਮਰਪਿਤ ਕਰਦੇ ਹੋਏ ਪ੍ਰਭੂ ਦੇ ਰਾਹ ਹੀ ਇਸ ਪਾਕ ਮਾਸਿਕ ਗੁਰਬਾਣੀ ਦੇ ਰਾਹ ਹੀ ਅੱਜ ਦੇ ਦਿਨ ਅਸੀਂ ਸ਼ੁਰੂ ਕਰੀਏ। ਆਓ ਅਸੀਂ ਭਗਤੀ ਭਾਵਨਾ ਨਾਲ ਇਸ ਪਾਕ ਮਾਸਿਕ ਗੁਰਬਾਣੀ ਵਿੱਚ ਭਾਗ ਲਈਏ। ਬਾਪ ਅਤੇ ਬੇਟੇ ਅਤੇ ਰੂਹਾਂਗ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹਾਂ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਖੁਦਾਵੰਦ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਖੁਦਾ ਦਾ ਧੰਨਵਾਦ ਕਰੀਏ ਕਿ ਖੁਦਾ ਨੇ ਸਾਨੂੰ ਅੱਜ ਦੇ ਦਿਨ ਇਸ ਪਾਕ ਮਾਸਿਕ ਗੁਰਬਾਣੀ ਵਿੱਚ ਭਾਗ ਲੈਣ ਦੇ ਲਈ, ਪ੍ਰਭੂ ਦੇ ਰਾਹ ਹੀ ਅੱਜ ਦਾ ਦਿਨ ਸ਼ੁਰੂ ਕਰਨ ਦੇ ਲਈ ਮੌਕਾ ਦਿੱਤਾ ਹੈ। ਪ੍ਰਭੂ ਨੇ ਸਾਨੂੰ ਹੁਣ ਤੱਕ ਸੰਭਾਲ ਕੇ ਰੱਖਿਆ ਹੈ। ਵਿਸ਼ੇਸ਼ ਤੌਰ 'ਤੇ ਅੱਜ ਦੇ ਦਿਨ ਇਸ ਪਾਕ ਮਾਸਿਕ ਗੁਰਬਾਣੀ ਵਿੱਚ ਭਾਗ ਲੈਣ ਦੇ ਲਈ ਸਾਨੂੰ ਸੱਦਿਆ ਹੈ, ਸਾਨੂੰ ਮੌਕਾ ਦਿੱਤਾ ਹੈ। ਇਸ ਦੇ ਲਈ ਅਸੀਂ ਖੁਦਾ ਦਾ ਧੰਨਵਾਦ ਕਰਦੇ ਹੋਏ, ਆਪਣੇ ਆਪ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਪਾਕ ਮਾਸਿਕ ਗੁਰਬਾਣੀ ਵਿੱਚ ਭਾਗ ਲਈਏ। ਜ਼ਿੰਦਗੀ ਵਿੱਚ ਕੀਤੇ ਹੋਏ ਸਾਰੇ ਗੁਨਾਹਾਂ ਦੇ ਲਈ ਅਸੀਂ ਖੁਦਾ ਕੋਲੋਂ ਮਾਫੀ ਮੰਗੀ। ਖੁਦਾ ਦਇਆਵਾਨ ਹੈ, ਸਾਨੂੰ ਮਾਫ ਕਰਨ ਦੇ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਇਸ ਲਈ ਪ੍ਰਭੂ ਦੇ ਹੱਥਾਂ ਵਿੱਚ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰੀਏ, ਖਾਸ ਜ਼ਰੂਰਤਾਂ ਨੂੰ ਸਮਰਪਿਤ ਕਰੀਏ। ਅੱਜ ਦੇ ਦਿਨ ਨੂੰ, ਅੱਜ ਦੇ ਦਿਨ ਦੇ ਹਰੇਕ ਜ਼ਰੂਰਤਾਂ ਨੂੰ, ਹਰੇਕ ਕੰਮਾਂ ਨੂੰ, ਸੋਚ ਵਿਚਾਰਾਂ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰੀਏ ਅਤੇ ਪ੍ਰਾਰਥਨਾ ਕਰੀਏ। ਇਸ ਪਾਕ ਮਾਸਿਕ ਗੁਰਬਾਣੀ ਵਿੱਚ ਭਾਗ ਲੈਣ ਦੇ ਰਾਹ ਹੀ ਪ੍ਰਭੂ ਸਾਨੂੰ ਹੋਰ ਬਰਕਤ ਦੇ, ਤਾਂ ਕਿ ਪ੍ਰਭੂ ਦੇ ਰਾਹ ਉੱਤੇ ਚੱਲਦੇ ਹੋਏ, ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਪ੍ਰਭੂ ਦੇ ਵਚਨ ਦੇ ਮੁਤਾਬਿਕ ਅਸੀਂ ਇੱਕ ਚੰਗਾ ਜ਼ਿੰਦਗੀ ਬਿਤਾ ਸਕੀਏ। ਆਓ ਅਸੀਂ ਥੋੜ੍ਹਾ ਦੇਰ ਮੌਨ ਰੱਖ ਕੇ ਆਪਣੀ ਜ਼ਿੰਦਗੀ ਵਿੱਚ ਕੀਤੇ ਹੋਏ ਸਾਰੇ ਗੁਨਾਹਾਂ ਦੇ ਲਈ, ਜਾਣੇ ਅਣਜਾਣੇ ਕੀਤੇ ਹੋਏ ਸਾਰੇ ਗੁਨਾਹਾਂ ਦੇ ਲਈ ਖੁਦਾ ਕੋਲੋਂ ਮਾਫੀ ਮੰਗੀਏ, ਤਾਂ ਕਿ ਅਸੀਂ ਯੋਗ ਰੀਤ ਨਾਲ ਇਸ ਪਾਕ ਮਾਸਿਕ ਗੁਰਬਾਣੀ ਵਿੱਚ ਭਾਗ ਲੈਂਦੇ ਹੋਏ ਪ੍ਰਭੂ ਯਿਸੂ ਮਸੀਹ ਦੇ ਬਦਨ ਅਤੇ ਲਹੂ ਨੂੰ ਗ੍ਰਹਿਣ ਕਰ ਸਕੀਏ। इकबाल करदा पूरी कुदरत वाले खुदा ते पैना भरावां दे अगे मैं इकबाल करदा मैं इकबाल
सोचण बोलण ते करन नाल बहुत गुनाह कीते ने। अपने दोष दे नाल, अपने ही दोष दे नाल, अपने बड़े दोष दे नाल मैं एक बार करदा तन सदा कुंवारी मरियम ते सारे फरिश्ते संता के ते भैणा भरावां दे अगे मैं हुण बेनती करदा हां, मैं एक बार करदा करो दुआ सारे मिलके। मैं आया तेरे द्वारे, रहम करो प्रभु प्यारे। मैं एक बार करदा पूरी कुदरत वाले खुदा ते भैणा भरावां दे अगे मैं एक बार करदा मैं एक बार करदा। पूरी कुदरत वाला खुदा ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। आमीन। ए प्रभु दया कर, ए प्रभु दया कर, ए मसीहा दया कर, ए मसीहा दया कर, ए प्रभु दया कर। ए प्रभु दया कर। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ ਗਲਤ ਰਾਹ ਉਤੇ ਫੜਕਣ ਵਾਲਿਆਂ ਨੂੰ ਤੂੰ ਆਪਣੀ ਸੱਚਾਈ ਦਾ ਚਾਨਣ ਵਿਖਾਉਂਦਾ ਹੈ ਤਾਂ ਜੋ ਸਹੀ ਰਾਹ ਉਤੇ ਮੁੜ ਆਉਣ, ਆਪਣੇ ਆਪ ਨੂੰ ਮਸੀਹੀ ਅਖਵਾਉਂਦੇ ਹੋਏ ਈਮਾਨ ਲਾਉਣ ਵਾਲੇ ਸਾਰਿਆਂ ਉਤੇ ਦਇਆ ਕਰ। ਉਹਨਾਂ ਨੂੰ ਇਹ ਫਸਲ ਦੇ ਕਿ ਉਹ ਉਹਨਾਂ ਸਾਰੀਆਂ ਗੱਲਾਂ ਅਤੇ ਕੰਮਾਂ ਨੂੰ ਛੱਡ ਦੇਣ ਜੋ ਮਸੀਹ ਦੇ ਨਾਮ ਦੇ ਵਿਰੁੱਧ ਹਨ ਅਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਪੈਰਵੀ ਕਰਨ ਜੋ ਉਸ ਦੇ ਨਾਮ ਨੂੰ ਸ਼ੋਭਾ ਦਿੰਦੀਆਂ ਹਨ। ਉਹੀ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹ ਹੀ ਜੋ ਤੇਰੇ ਨਾਲ ਰੂਪਾਂਤ ਦੀ ਏਕਤਾ ਵਿੱਚ ਇਹ ਖੁਦਾ ਜੀਵਨ ਦਾ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪਾਠ ਪਹਿਲਾ ਯਸ਼ਾਇਆ ਨਬੀ ਦੇ ਗ੍ਰੰਥ ਵਿੱਚੋਂ ਉਸ ਦਾ 38 ਬਾਬ 1 ਤੋਂ 6, 21 ਤੋਂ 22 ਅਤੇ 7 ਤੋਂ 8 ਆਇਤ ਤੱਕ। ਉਸ ਸਮੇਂ ਰਾਜਾ ਹਿਜਕੀਆ ਬਿਮਾਰ ਹੋ ਗਿਆ ਅਤੇ ਉਸ ਦੀ ਬਿਮਾਰੀ ਇੱਥੋਂ ਤੱਕ ਵੱਧ ਗਈ ਕਿ ਉਹ ਮਰਨ ਦੇ ਨੇੜੇ ਪਹੁੰਚ ਗਿਆ। ਤਦ ਆਮੋਸ ਦਾ ਪੁੱਤਰ ਯਸ਼ਾਇਆ ਨਬੀ ਉਸ ਨੂੰ ਮਿਲਣ ਲਈ ਗਿਆ ਅਤੇ ਬੋਲਿਆ, ਪ੍ਰਭੂ ਦਾ ਤੇਰੇ ਲਈ ਇਹ ਵਚਨ ਹੈ ਕਿ ਤੂੰ ਆਪਣੇ ਟੱਬਰ ਦੇ ਸਭ ਪ੍ਰਬੰਧ ਕਰ ਲੈ, ਕਿਉਂਕਿ ਤੂੰ ਆਪਣਾ ਇਸ ਬਿਮਾਰੀ ਤੋਂ ਚੰਗਾ ਨਹੀਂ ਹੋਵੇਂਗਾ, ਸਗੋਂ ਮਰ ਜਾਵੇਂਗਾ। ਤਦ ਰਾਜਾ ਹਿਜਕੀਆ ਨੇ ਕੰਧ ਵੱਲ ਆਪਣਾ ਮੂੰਹ ਕੀਤਾ ਅਤੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਲੱਗਾ, ਹੇ ਪ੍ਰਭੂ, ਤੂੰ ਜਾਣਦਾ ਹੈ ਕਿ ਮੈਂ ਕਿਸ ਤਰ੍ਹਾਂ ਪੂਰੀ ਇਮਾਨਦਾਰੀ ਨਾਲ ਤੇਰੀ ਸੇਵਾ ਅਤੇ ਦਿਲੋਂ ਤੇਰੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਮੈਂ ਕੇਵਲ ਉਹ ਕੀਤਾ ਹੈ ਜੋ ਤੈਨੂੰ ਚੰਗਾ ਲੱਗਾ ਹੈ। ਇਹ ਕਹਿ ਕੇ ਉਹ ਤਾਹਾਂ ਮਾਰ ਕੇ ਰੋਣ ਲੱਗਾ। ਤਦ ਯਸ਼ਾਇਆ ਪ੍ਰਭੂ ਦਾ ਵਚਨ ਰਾਜਾ ਹਿਜਕੀਆ ਨੂੰ ਸੁਣਾ ਕੇ ਉੱਥੋਂ ਚਲਾ ਗਿਆ, ਪਰ ਉਹ ਅਜੇ ਮਹਿਲ ਦਾ ਵੱਡਾ ਵਿਹੜਾ ਪਾਰ ਕਰਨ ਹੀ ਵਾਲਾ ਸੀ ਕਿ ਤਦ ਪ੍ਰਭੂ ਦਾ ਵਚਨ ਦੁਬਾਰਾ ਉਸ ਕੋਲ ਆਇਆ,
ਅਤੇ ਪ੍ਰਭੂ ਨੇ ਉਸ ਨੂੰ ਕਿਹਾ, ਤੂੰ ਵਾਪਸ ਜਾ ਕੇ ਰਾਜਾ ਹਿਜਕਿਯਾ ਨੂੰ ਕਹਿ ਕਿ ਪ੍ਰਭੂ ਤੇਰੇ ਪੁਰਖੇ ਦਾਊਦ ਦਾ ਪਰਮੇਸ਼ਵਰ ਇਸ ਤਰ੍ਹਾਂ ਕਹਿੰਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੀ ਵੇਖੇ ਹਨ। ਮੈਂ ਤੈਨੂੰ 15 ਸਾਲ ਹੋਰ ਜੀਵਨ ਦੇਵਾਂਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅਸੂਰੀ ਰਾਜਾ ਦੇ ਹੱਥੋਂ ਬਚਾਵਾਂਗਾ ਅਤੇ ਮੈਂ ਹਮੇਸ਼ਾ ਇਸ ਸ਼ਹਿਰ ਦੀ ਰੱਖਿਆ ਕਰਾਂਗਾ। ਯਸ਼ਾਇਆ ਨਬੀ ਨੇ ਰਾਜਾ ਨੂੰ ਕਿਹਾ ਕਿ ਤੂੰ ਅੰਜੀਰਾਂ ਦਾ ਲੇਪ ਬਣਾ ਕੇ ਆਪਣੇ ਫੋੜੇ ਉੱਤੇ ਲਾ, ਤਾਂ ਤੂੰ ਠੀਕ ਹੋ ਜਾਵੇਂਗਾ। ਰਾਜਾ ਹਿਜਕਿਯਾ ਨੇ ਪੁੱਛਿਆ, ਮੇਰੇ ਚੰਗੇ ਹੋਣ ਦਾ ਕੀ ਚਿੰਨ੍ਹ ਹੋਵੇਗਾ? ਯਸ਼ਾਇਆ ਨਬੀ ਨੇ ਉੱਤਰ ਦਿੱਤਾ, ਪ੍ਰਭੂ ਆਪਣਾ ਵਚਨ ਪੂਰਾ ਕਰੇਗਾ। ਇੱਥੋਂ ਤੇਰੇ ਲਈ ਚਿੰਨ੍ਹ ਹੋਵੇਗਾ, ਰਾਜਾ ਅਜਾ ਦੁਆਰਾ ਬਣਾਈ ਧੁੱਪ ਘੜੀ ਦਾ ਪਰਛਾਵਾਂ 10 ਕਦਮ ਪਿੱਛੇ ਹੋ ਜਾਵੇਗਾ। ਸੋ ਪਰਛਾਵਾਂ 10 ਕਦਮ ਪਿੱਛੇ ਹੋ ਗਿਆ। ਇਹ ਪ੍ਰਭੂ ਦੀ ਬਾਣੀ ਹੈ। खुदा दा शुक्र होवे। आसरा मेरा है तू ही है खुदा आसरा मेरा है तू ही है खुदा। मेरा मालिक है तू मेरी सुनेगा। मेरा मालिक है तू मेरी सुनेगा। आसरा मेरा है तू ही है खुदा। आसरा मेरा है तू ही है खुदा। खुश न होवन मेरे बैरी मेरे ते। 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 ओ ना भुल्लण वेख मैं हाँ डिग पिया। ओ ना भुल्लण वेख मैं हाँ डिग पिया। मेरा मालिक है तू मेरी सुनेगा। मेरा मालिक है तू मेरी सुनेगा। आसरा मेरा है तू ही है खुदा। 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 हर घर जाओ अंजील सुनाओ। कौमां दे विच ओदा नाम फैलाओ। हर घर जाओ अंजील सुनाओ। कौमां दे विच ओदा नाम फैलाओ। हालेलुया 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 हालेलुया
ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਵੇਲੇ ਸਬਤ ਦੇ ਇੱਕ ਦਿਨ ਯੀਸ਼ੂ ਅਨਾਜ ਦੇ ਖੇਤਾਂ ਵਿੱਚ ਦੀ ਲੰਘ ਰਿਹਾ ਸੀ। ਉਸੇ ਚੇਲੇ ਭੁੱਖੇ ਸਨ ਅਤੇ ਉਹ ਦਾਣਿਆਂ ਦੇ ਸਿੱਟੇ ਤੋੜ ਕੇ ਖਾਣ ਲੱਗੇ। ਪਰ ਜਦੋਂ ਫਰੀਸੀਆਂ ਨੇ ਇਹ ਦੇਖਿਆ, ਉਹਨਾਂ ਨੇ ਉਸ ਨੂੰ ਕਿਹਾ, ਦੇਖੋ ਤੁਹਾਡਾ ਚੇਲੇ ਉਹ ਕੰਮ ਕਰਦੇ ਹਨ ਜੋ ਸਬਤ ਦੇ ਦਿਨ ਕਰਨਾ ਰਵਾ ਨਹੀਂ ਹੈ। ਉਸਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸਦੇ ਨਾਲ ਦੇ ਭੁੱਖੇ ਸਨ? ਕਿਸ ਤਰ੍ਹਾਂ ਉਹ ਖੁਦਾ ਦੇ ਘਰ ਵਿੱਚ ਦਾਖਲ ਹੋਇਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਸਿਰਫ ਪੁਰੋਹਿਤਾਂ ਲਈ ਰਵਾ ਸੀ, ਪਰ ਉਸ ਲਈ ਅਤੇ ਜੋ ਉਸ ਦੇ ਨਾਲ ਸਨ ਉਹਨਾਂ ਲਈ ਖਾਣਾ ਰਵਾ ਨਹੀਂ ਸੀ। ਜਾਂ ਕਿ ਤੁਸੀਂ ਧਰਮ ਵਿਧਾਨ ਵਿੱਚ ਇਹ ਨਹੀਂ ਪੜ੍ਹਿਆ ਕਿ ਕਿਸ ਤਰ੍ਹਾਂ ਪੁਰੋਹਿਤ ਹੈਕਲ ਵਿੱਚ ਸਬਤ ਨੂੰ ਪਵਿੱਤਰ ਨਹੀਂ ਰੱਖਦੇ ਅਤੇ ਫਿਰ ਵੀ ਦੋਸ਼ੀ ਨਹੀਂ ਹੁੰਦੇ? ਮੈਂ ਤੁਹਾਨੂੰ ਕਹਿੰਦਾ ਹਾਂ, ਇਹ ਤੇ ਉਹ ਹੈ ਜੋ ਹੈਕਲ ਤੋਂ ਵੀ ਮਹਾਨ ਹੈ। ਜੇਕਰ ਤੁਸੀਂ ਇਸ ਦਾ ਅਰਥ ਸਮਝ ਲਿਆ ਹੁੰਦਾ, ਮੈਂ ਦਇਆ ਚਾਹੁੰਦਾ ਹਾਂ ਕੁਰਬਾਨੀ ਨਹੀਂ, ਤਾਂ ਤੁਸੀਂ ਬੇਦੋਸ਼ਾਂ ਨੂੰ ਦੋਸ਼ੀ ਨਾ ਠਹਿਰਾਇਆ ਹੁੰਦਾ, ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦਾ ਪ੍ਰਭੂ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਖੁਦਾਵੰਦ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਵੋ ਤੇ ਭੈਣੋ, ਬਜ਼ੁਰਗੋ ਅਤੇ ਸਾਰੇ ਬੱਚਿਓ, ਮੈਂ ਦਇਆ ਚਾਹੁੰਦਾ ਹਾਂ ਕੁਰਬਾਨੀ ਨਹੀਂ। ਪ੍ਰਭੂ ਯਿਸੂ ਮਸੀਹ ਦਾ ਇਸ ਵਚਨ ਨੂੰ ਅਸੀਂ ਮਨੋਚਿੰਤਨ ਕਰੀਏ। ਪ੍ਰਭੂ ਕਹਿੰਦੇ ਹਨ, ਮੈਂ ਦਇਆ ਚਾਹੁੰਦਾ ਹਾਂ ਕੁਰਬਾਨੀ ਨਹੀਂ। ਇਹਨਾਂ ਦਿਨਾਂ ਵਿੱਚ ਅਸੀਂ ਵੇਖਦੇ ਹਾਂ, ਇਸ ਮਹਾਮਾਰੀ ਦੇ ਸਮੇਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ, ਆਪਣੇ ਕੰਮ ਨੂੰ ਛੱਡ ਕੇ, ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਛੱਡ ਕੇ ਇੱਕ ਦੂਸਰੇ ਦੀ ਸੇਵਾ ਕਰਨ ਦੇ ਲਈ, ਜਾਂ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਦੇ ਹਨ। ਬਹੁਤ ਸਾਰੇ ਲੋਕਾਂ ਦੀ ਸੇਵਾ ਕਰਦੇ ਹਨ, ਮਦਦ ਕਰਦੇ ਹਨ। ਉਸੇ ਤਰ੍ਹਾਂ ਅੱਜ ਪ੍ਰਭੂ ਸਾਨੂੰ ਇਹ ਸੰਦੇਸ਼ ਦੇ ਰਾਹੀਂ ਦੁਬਾਰਾ ਯਾਦ ਦਿਲਾਉਂਦਾ ਹੈ ਕਿ ਮੈਂ ਤੁਹਾਡੇ ਤੋਂ ਦਇਆ ਚਾਹੁੰਦਾ, ਕੁਰਬਾਨੀ ਨਹੀਂ। ਅਤੇ ਅੱਜ ਦੇ ਪਾਠਾਂ ਦੇ ਰਾਹੀਂ ਖਾਸ ਤੌਰ ਤੇ ਪ੍ਰਭੂ ਯਿਸੂ ਮਸੀਹ ਖੁਦਾ ਬਾਪ ਕਲੀਸਿਆ ਸਾਨੂੰ ਇਹ ਸਿਖਾਉਂਦੀ ਹੈ ਕਿ ਸਾਡੇ ਤੋਂ ਸਿਰਫ ਦਇਆ ਦਿਖਾਉਣ ਦੀ ਲੋੜ ਹੈ। ਅੱਜ ਦੇ ਪਹਿਲੇ ਪਾਠ ਯਸ਼ਯਾ ਨਬੀ ਦਾ 38 ਬਾਬ ਵਿੱਚ ਅਸੀਂ ਯਸ਼ਯਾ ਨਬੀ ਦੇ ਰਾਹੀਂ ਹਿਜ਼ਕੀਯਾਹ ਨੂੰ ਇਹ ਸੰਦੇਸ਼ ਮਿਲਿਆ ਕਿ ਤੁਸੀਂ ਹੁਣ ਜਲਦੀ ਤੋਂ ਜਲਦੀ ਮਰ ਜਾਣਾ। ਤੁਸੀਂ ਬਿਮਾਰ ਹੋ ਚੁੱਕਾ ਹੈ, ਤੁਸੀਂ ਕਦੇ ਵੀ ਦੁਬਾਰਾ ਚੰਗਾ ਨਹੀਂ ਹੋ ਸਕਦਾ। ਉਸ ਵੇਲੇ ਹਿਜ਼ਕੀਯਾਹ ਨਬੀ ਖੁਦਾ ਬਾਪ ਦੇ ਅੱਗੇ ਬੇਨਤੀ ਕਰਦੇ ਹਨ ਅਤੇ ਇਹ ਕਹਿੰਦੇ ਹਨ, ਤਦ ਰਾਜਾ ਹਿਜ਼ਕੀਏਲ ਨੇ ਕੰਧ ਵੱਲ ਆਪਣਾ ਮੂੰਹ ਕੀਤਾ ਅਤੇ ਇਸ ਤਰ੍ਹਾਂ ਪ੍ਰਾਰਥਨਾ ਕਰਨ ਲਗਾ, ਹੇ ਪ੍ਰਭੂ, ਤੂੰ ਜਾਣਦਾ ਹੈ ਕਿ ਮੈਂ ਕਿਸ ਤਰ੍ਹਾਂ ਪੂਰੀ ਇਮਾਨਦਾਰੀ ਨਾਲ ਤੇਰੀ ਸੇਵਾ ਕੀਤੀ ਅਤੇ ਦਿਲੋਂ ਤੇਰੀ ਹੁਕਮਾਂ ਦੀ ਪਾਲਣਾ ਕੀਤੀ, ਅਤੇ ਮੈਂ ਕੇਵਲ ਉਹ ਕੀਤਾ ਜੋ ਤੈਨੂੰ ਚੰਗਾ ਲੱਗਾ ਹੈ। ਇਹ ਕਹਿ ਕੇ ਉਹ ਤਾਂ ਮਾਰ ਕੇ ਰੋਣ ਲੱਗ ਪਿਆ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਹਿਜ਼ਕੀਯਾਹ ਖੁਦਾ ਦੇ ਅੱਗੇ ਬੇਨਤੀ ਕੀਤੀ, ਇਹ ਪ੍ਰਭੂ, ਮੈਂ ਸਿਰਫ ਇਹੀ ਕੰਮ ਕੀਤਾ ਜੋ ਤੁਹਾਨੂੰ ਚੰਗਾ ਲੱਗਦਾ ਹੈ, ਤੁਹਾਡੇ ਹੁਕਮਾਂ ਦੇ ਮੁਤਾਬਿਕ ਮੈਂ ਆਪਣੀ ਜ਼ਿੰਦਗੀ ਬਿਤਾਇਆ ਹੈ। ਅਤੇ ਪ੍ਰਭੂ ਯਸ਼ਯਾ ਨਬੀ ਦੇ ਰਾਹੀਂ ਦੁਬਾਰਾ ਹਿਜ਼ਕੀਏਲ ਨੂੰ ਕਹਿੰਦੇ ਹਨ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੀ ਦੇਖੇ ਹਨ। ਮੈਂ ਤੈਨੂੰ 15 ਸਾਲ ਹੋਰ ਜੀਵਨ ਦੇਵੇਗਾ। ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅਜੂਰੀ ਰਾਜਾ ਦੇ ਹੱਥੋਂ ਬਚਾਵਾਂਗਾ ਅਤੇ ਮੈਂ ਹਮੇਸ਼ਾ ਇਸ ਸ਼ਹਿਰ ਦੀ ਰੱਖਿਆ ਕਰਾਂਗਾ। ਪ੍ਰਭੂ ਖੁਦਾ ਬਾਪ ਦਇਆ ਦਿਖਾਉਂਦੇ ਹਨ ਹਿਜ਼ਕੀਯਾਹ ਨੂੰ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਅੱਜ ਕੱਲ ਕਈ ਵਾਰ ਅਸੀਂ ਇਸੇ ਤਰ੍ਹਾਂ ਫਰੀਸੀਆਂ ਵਾਂਗ ਵੀ ਬਣ ਜਾਂਦੇ ਹਾਂ, ਇੱਕ ਦੂਸਰੇ ਦੀ ਕਮਜ਼ੋਰੀਆਂ ਵੱਲ
ਅਸੀਂ ਵੇਖਦੇ ਹਾਂ, ਸਿਰਫ ਉਹਨਾਂ ਦੇ ਕਮਜ਼ੋਰੀਆਂ ਵੱਲ ਅਸੀਂ ਵੇਖਦੇ ਹਾਂ, ਅਤੇ ਸਿਰਫ ਅਸੀਂ ਉਹਨਾਂ ਦੇ ਕਮਜ਼ੋਰੀਆਂ ਨੂੰ ਅਸੀਂ ਵੇਖਦੇ ਹਾਂ, ਔਰ ਕੁਝ ਨਹੀਂ। ਜੇਕਰ ਉਹ ਪੂਰਾ ਦਿਨ ਜ਼ਿਆਦਾ ਤੋਂ ਜ਼ਿਆਦਾ ਸੇਵਾ ਦਾ ਕੰਮ ਕੀਤਾ, ਭਲੇ ਦੇ ਕੰਮ ਕੀਤਾ, ਪਰ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਗਲਤੀ ਹੈ, ਉਹ ਅਸੀਂ ਪਕੜਨਾ ਹੈ, ਉਹ ਅਸੀਂ ਜ਼ਿਆਦਾ ਬੜਾ ਕਰਕੇ ਦੂਸਰੇ ਲੋਕਾਂ ਨੂੰ ਦੱਸਣਾ ਹੈ, ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਉਸੇ ਤਰ੍ਹਾਂ ਕੀਤਾ, ਇਹਨਾਂ ਨੇ ਇਹ ਨਹੀਂ ਕੀਤਾ, ਇਸੇ ਤਰ੍ਹਾਂ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਪ੍ਰਭੂ ਅੱਜ ਦੇ ਇਸ ਪਾੜਾਂ ਦੇ ਰਾਹ ਹੀ ਤੇ ਅੰਜੀਰ ਦੇ ਰਾਹ ਹੀ ਇਹ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਰਾਹ ਹੀ, ਰੋਜ਼ਾਨਾ ਜ਼ਿੰਦਗੀ ਦੇ ਰਾਹ ਹੀ ਇੱਕ ਦੂਸਰੇ ਦੇ ਭਲੇ ਲਈ, ਇੱਕ ਦੂਸਰੇ ਨੂੰ ਦਇਆ ਵਿਖਾਉਣ ਦੇ ਲਈ, ਉਹਨਾਂ ਦੀਆਂ ਕੰਮਾਂ ਨੂੰ ਜਾਂ ਚੰਗੇ ਕੰਮਾਂ ਨੂੰ ਵਧਾਈ ਦੇਣ ਦੇ ਲਈ, ਉਹਨਾਂ ਦੇ ਲਈ ਖੁਦਾ ਦੇ ਅੱਗੇ ਪ੍ਰਾਰਥਨਾ ਕਰਨ ਦੇ ਲਈ। ਜ਼ਿਆਦਾ ਤੋਂ ਜ਼ਿਆਦਾ ਅਸੀਂ ਇਸ ਕੰਮੋਂ ਵਿੱਚ ਬਹੁਤ ਪਿੱਛੇ, ਇਸ ਮਹਾਮਾਰੀ ਦੇ ਸਮੇਂ ਵਿੱਚ ਵੀ ਅਸੀਂ ਵੇਖਦੇ ਹਾਂ ਅਲੱਗ-ਅਲੱਗ ਪਾਰਟੀ ਇੱਕ ਦੂਸਰੇ ਦੀ ਸੇਵਾ ਵਿੱਚ, ਲੋਕਾਂ ਦੀ ਮਦਦ ਕਰਨ ਦੇ ਵੇਲੇ ਓਪੋਜੀਸ਼ਨ ਓਪੋਜ਼ ਕਰਨਾ ਹੈ, ਇਸ ਲਈ ਕੁਝ ਨਾ ਕੁਝ ਕਹਿਣਾ ਹੈ, ਮੈਂ ਇਸ ਪਾਰਟੀ ਵਿੱਚ ਨਹੀਂ ਹੈ ਜਾਂ ਮੈਂ ਇਸ ਲੋਕਾਂ ਦੇ ਨਾਲ ਨਹੀਂ ਹੈ, ਤਾਂ ਫਿਰ ਮੈਂ ਜੇਕਰ ਉਹ ਵਧੀਆ ਕੰਮ ਕੀਤਾ ਫਿਰ ਵੀ ਮੈਨੇ ਉਹਦਾ ਦੋਸ਼ੀ ਕਰਨਾ ਹੈ। ਉਹਨਾਂ ਨੇ ਇਹ ਨਹੀਂ ਕਰਨਾ ਸੀਗਾ, ਉਹ ਕੀਤਾ ਉਹ ਸਹੀ ਨਹੀਂ ਹੈ, ਇਸੇ ਤਰ੍ਹਾਂ ਕਰਨਾ ਸੀਗਾ। ਇਸੇ ਤਰ੍ਹਾਂ ਅਸੀਂ ਵੀ ਕੁਝ ਨਾ ਕੁਝ ਕਹਿੰਦੇ, ਅਸੀਂ ਵੀ ਉਹਨਾਂ ਦੇ ਗਲਤੀਆਂ ਨੂੰ ਢੂੰਡਦੇ ਹਾਂ। ਜੇਕਰ ਅੱਜ ਪ੍ਰਭੂ ਸਾਡੇ ਤੋਂ ਇਹ ਕਹਿੰਦੇ ਹਨ, ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ। ਅਸੀਂ ਰੋਜ਼ ਪ੍ਰਾਰਥਨਾ ਕਰਦੇ ਹਾਂ, ਪਾਕਮਾਸੀ ਕੁਰਬਾਨੀ ਵਿੱਚ ਭਾਗ ਲੈਂਦੇ ਹਾਂ, ਪਰ ਅਸੀਂ ਪਾਕਮਾਸੀ ਕੁਰਬਾਨੀ ਤੋਂ ਬਾਅਦ ਆਪਣੇ ਘਰਾਂ ਵਿੱਚ ਪਹੁੰਚਣ ਦੇ ਸਮੇਂ ਜਾਂ ਰਾਹ ਵਿੱਚ ਕਿਸੇ ਨੂੰ ਕੋਈ ਮਦਦ ਕਰਨ ਦੀ ਮੌਕਾ ਮਿਲਿਆ, ਅਸੀਂ ਸ਼ਾਇਦ ਨਹੀਂ ਕਰਨਗੇ। ਪਰ ਅਸੀਂ 24 ਘੰਟੇ ਪ੍ਰਾਰਥਨਾ ਕਰਦੇ ਹਾਂ, ਪਾਕਮਾਸੀ ਕੁਰਬਾਨੀ ਵਿੱਚ ਭਾਗ ਲੈਂਦੇ ਹਾਂ। ਇਸੇ ਤਰ੍ਹਾਂ ਦਾ ਦਇਆ ਦਾ ਕੰਮ ਕਰਨ ਦੇ ਲਈ ਅਸੀਂ ਕਈ ਵਾਰ ਪਿੱਛੇ ਚਲੇ ਜਾਂਦੇ। ਮਸੀਹ ਵਿੱਚ ਮੇਰੇ ਭਰਾਵੋ ਤੇ ਭੈਣੋ, ਇਸ ਸਾਲ 2020 ਖਾਸ ਤੌਰ ਤੇ ਸਾਡੇ ਲਈ ਇੱਕ ਦੂਸਰੇ ਦੀ ਸੇਵਾ ਕਰਨ ਦੀ ਸਮਾਂ ਹੈ। ਇਸ ਮਹਾਮਾਰੀ ਦੇ ਵੇਲੇ ਬਹੁਤ ਸਾਰਿਆਂ ਨੂੰ ਇਹ ਮੌਕਾ ਮਿਲਿਆ ਇੱਕ ਦੂਸਰੇ ਦੀ ਸੇਵਾ ਕਰਨ ਦੇ ਲਈ, ਇੱਕ ਦੂਸਰੇ ਤੇ ਦਇਆ ਵਿਖਾਉਣ ਦੇ ਲਈ। ਸਵਾਲ ਹੈ ਕਿ ਮੈਂ ਇਸ ਸਮਾਂ ਆਪਣੀ ਜ਼ਿੰਦਗੀ ਦੇ ਰਾਹ ਹੀ ਪੂਰਾ ਕੋਸ਼ਿਸ਼ ਕੀਤਾ ਇੱਕ ਦੂਸਰੇ ਨੂੰ ਮਦਦ ਕਰਨ ਦੇ ਲਈ? ਕਈ ਵਾਰ ਨਹੀਂ। ਕਈ ਵਾਰ ਅਸੀਂ ਆਪਣੇ ਕਾਨੂੰਨ ਨੂੰ ਰੱਖਦੇ ਹੋਏ ਇਹ ਮਨਾ ਹੈ, ਇਸ ਲਈ ਮੈਂ ਇਹ ਕੰਮ ਨਹੀਂ ਕਰਨਾ। ਹਰ ਐਤਵਾਰ ਅਸੀਂ ਪਾਕਮਾਸੀ ਕੁਰਬਾਨੀ ਵਿੱਚ ਭਾਗ ਲੈਂਦੇ ਸੀ, ਪਰ ਇਸ ਮਹਾਮਾਰੀ ਦੇ ਸਮੇਂ ਉਸੇ ਤਰ੍ਹਾਂ ਦਾ ਸਮਾਂ ਆ ਗਿਆ ਕਿ ਅਸੀਂ ਐਤਵਾਰ ਦੇ ਦਿਨ ਵੀ ਚਰਚ ਵਿੱਚ ਪਾਕਮਾਸੀ ਕੁਰਬਾਨੀ ਵਿੱਚ ਭਾਗ ਨਹੀਂ ਲੈ ਸਕੇ। ਦਾ ਮਤਲਬ ਅਸੀਂ ਉਸ ਸਮੇਂ ਕਲੀਸਿਆ ਦੇ ਹੁਕਮ ਨੂੰ, ਅਸੀਂ ਜਾਂ ਪ੍ਰਭੂ ਦੇ ਹੁਕਮ ਨੂੰ ਅਸੀਂ ਕਿਹਾ ਚਲੋ ਠੀਕ ਹੈ, ਕਿਉਂਕਿ ਇੱਕ ਦੂਸਰੇ ਦੀ ਭਲਾਈ ਨੂੰ ਆਪਣੇ ਮਨ ਵਿੱਚ ਰੱਖਦੇ ਹੋਏ ਅਸੀਂ ਕਿਹਾ ਆਪਣੇ ਘਰਾਂ ਵਿੱਚ ਪ੍ਰਾਰਥਨਾ ਕਰੋ, ਟੈਲੀਵਿਜ਼ਨ ਦੇ ਰਾਹ ਹੀ ਪਾਕਮਾਸੀ ਕੁਰਬਾਨੀ ਵਿੱਚ ਭਾਗ ਲਿਓ। ਤਾਂ ਮਤਲਬ ਅਸੀਂ ਇਹ ਨਹੀਂ ਦੱਸਿਆ ਕਿ ਐਤਵਾਰ ਤੁਸੀਂ ਜ਼ਰੂਰ ਚਰਚ ਆਉਣਾ ਹੈ, ਐਤਵਾਰ ਵਿੱਚ ਚਰਚ ਲੱਗਣਾ ਹੀ ਲੱਗਣਾ ਕਿਉਂਕਿ ਖੁਦਾ ਦਾ ਹੁਕਮ ਹੈ, ਕਲੀਸਿਆ ਦਾ ਹੁਕਮ ਹੈ। ਨਹੀਂ, ਅਸੀਂ ਇੱਕ ਦੂਸਰੇ ਦੀ ਭਲਾਈ ਦੇ ਲਈ ਅਸੀਂ ਕਿਹਾ ਐਤਵਾਰ ਦੇ ਦਿਨ ਇਸ ਮਹਾਮਾਰੀ ਦੇ ਵੇਲੇ ਤੁਸੀਂ ਆਪਣੇ ਘਰਾਂ ਵਿੱਚ ਸਾਰੇ ਸੰਗਤ ਇਕੱਠੇ ਪ੍ਰਾਰਥਨਾ ਕਰੋ, ਆਨਲਾਈਨ ਲਾਈਵ ਪਾਕਮਾਸੀ ਕੁਰਬਾਨੀ ਦੇ ਰਾਹ ਹੀ ਪਾਕਮਾਸ ਵਿੱਚ ਭਾਗ ਲਵੋ। ਹਾਂ ਪਿਆਰਿਓ, ਕਿਉਂਕਿ ਪ੍ਰਭੂ ਕਹਿੰਦਾ ਹੈ ਮੈਂ ਦਇਆ ਚਾਹੁੰਦਾ ਹਾਂ, ਕੁਰਬਾਨ ਨਹੀਂ। ਫਰੀਸੀ ਲੋਕ ਬਹੁਤ ਸਾਰੇ ਵੱਡਾ ਲੰਬਾ ਪ੍ਰਾਰਥਨਾ ਕਰਦੇ ਸੀ, ਇਹ ਪ੍ਰਭੂ ਮੈਨੇ ਉਹ ਕੀਤਾ, ਇਹ ਕੀਤਾ, ਮੇਰੇ ਉੱਤੇ ਰਹਿਮ ਕਰੋ। ਅਸੀਂ ਵੀ ਕਈ ਵਾਰ ਇਸ ਫਰੀਸੀ ਵਾਂਗ ਬਣ ਜਾਂਦੇ ਹਾਂ, ਲੰਬਾ ਪ੍ਰਾਰਥਨਾ ਕਰਦੇ ਹਾਂ, ਪਰ ਉਸ ਪ੍ਰਾਰਥਨਾ ਦੇ ਬਾਅਦ ਆਪਣੇ ਘਰਾਂ ਵਿੱਚ ਜੋ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਪਿਆਰ ਵਿਖਾਉਣ ਦੇ ਲਈ ਤਿਆਰ ਨਹੀਂ ਹੈ, ਉਹਦੀ ਸੇਵਾ ਕਰਨ ਦੇ ਲਈ ਅਸੀਂ ਤਿਆਰ ਨਹੀਂ ਹੈ। ਇਹ ਮੇਰਾ ਕੰਮ ਹੀ ਨਹੀਂ ਹੈ, ਇਸੇ ਤਰ੍ਹਾਂ ਦਾ ਜਵਾਬ ਅਸੀਂ ਦਿੰਦੇ ਹਾਂ, ਇਹ ਤੁਹਾਡਾ ਕੰਮ ਹੈ, ਇਹ ਮੇਰਾ ਕੰਮ ਨਹੀਂ ਹੈ। ਜਾਂ ਅੱਜ ਇਹ ਕੰਮ ਮੈਂ ਨਹੀਂ ਕਰਨਾ, ਉਹ ਸਿਰਫ ਮੈਂ ਐਤਵਾਰ ਦਿਨ ਹੀ ਕਰੇਗਾ ਜਾਂ ਉਸੇ ਦਿਨ ਹੀ ਕਰੇਗਾ, ਜਾਂ ਤੁਸੀਂ ਮੇਰੇ ਦਫ਼ਤਰ ਵਿੱਚ ਆਓ। ਇਸੇ ਤਰ੍ਹਾਂ ਦਾ ਕੁਛ ਨਾ ਕੁਛ ਐਕਸਕਿਊਜ਼ਸ ਅਸੀਂ ਬਣਾਉਂਦੇ ਹਾਂ। ਅਸੀਂ ਵਿੱਚ ਮੇਰੇ ਭਰਾਵੋ ਤੇ ਭੈਣੋ,
ਪ੍ਰਭੂ ਦੇ ਵਚਨ ਦੇ ਮੁਤਾਬਿਕ ਅਸੀਂ ਆਪਣੀ ਜ਼ਿੰਦਗੀ ਬਿਤਾਉਣਾ ਹੈ। ਅਤੇ ਉਹ ਪ੍ਰਭੂ ਅੱਜ ਸਾਨੂੰ ਕਹਿੰਦੇ ਹਨ, ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ। ਉਸ ਵਿੱਚ ਮੇਰੇ ਪ੍ਰਾਪਤ ਪੈਣੋ ਪ੍ਰਾਰਥਨਾ ਕਰੀਏ ਇਸ ਪਾਕ ਮਾਸ ਕੁਰਬਾਨੀ ਵਿੱਚ ਭਾਗ ਲੈਣ ਦੇ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੀਆਂ ਇਹ ਸਾਰੀਆਂ ਗਲਤ ਸੋਚ ਵਿਚਾਰਾਂ ਨੂੰ ਦੂਰ ਰੱਖੀਏ, ਨਾ ਤਾਂ ਛੁਟਕਾਰਾ ਪਾਉਣ ਦੇ ਲਈ ਪ੍ਰਾਰਥਨਾ ਕਰੀਏ। ਇੱਕ ਦੂਸਰੇ ਦੇ ਕਮਜ਼ੋਰੀਆਂ ਨੂੰ ਵੇਖਣ ਦੇ ਲਈ ਅਸੀਂ ਬਹੁਤ ਅੱਗੇ ਖੁਦਾ ਦੇ ਕੇ ਪ੍ਰਾਰਥਨਾ ਕਰੀਏ, ਇਹ ਪ੍ਰਭੂ ਮੈਨੂੰ ਇਸੇ ਤਰ੍ਹਾਂ ਦਾ ਵਰਦਾਨ ਦੇ ਤਾਂ ਕਿ ਮੈਂ ਇੱਕ ਦੂਸਰੇ ਦੇ ਭਲੇ ਕੰਮ ਨੂੰ ਜਾਂ ਨੇਕ ਕੰਮਾਂ ਨੂੰ ਵੇਖ ਕੇ ਉਹਦਾ ਖੁਦਾ ਦੀ ਵਡਿਆਈ ਕਰਨ, ਇੱਕ ਦੂਸਰੇ ਦੀ ਚੰਗੇ ਕੰਮ ਨੂੰ ਵੇਖ ਕੇ ਉਹਨਾਂ ਦੀ ਵਡਿਆਈ ਕਰਨ। ਆਓ ਅਸੀਂ ਵਿਸ਼ੇਸ਼ ਤੌਰ ਤੇ ਇਸ ਪਾਕ ਮਾਸ ਕੁਰਬਾਨੀ ਵਿੱਚ ਖਾਸ ਪ੍ਰਾਰਥਨਾ ਕਰੀਏ ਕਿ ਖੁਦਾ ਸਾਨੂੰ ਦਇਆ ਵਿਖਾਉਣ ਦਾ ਖਾਸ ਵਰਦਾਨ ਦੇ, ਅਤੇ ਉਹ ਦਇਆ ਸਾਡੇ ਜ਼ਿੰਦਗੀ ਦੇ ਰਾਹ ਹੀ, ਸਾਡੇ ਕੰਮ ਦੇ ਰਾਹ ਹੀ, ਸੋਚ ਵਿਚਾਰਾਂ ਦੇ ਰਾਹ ਹੀ ਇੱਕ ਦੂਸਰੇ ਤੱਕ ਪਹੁੰਚ ਸਕੇ। ਅਤੇ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। चढ़ावा मेरा जो कुछ मेरा सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो मेरे हैं कोई सब तेरा है दान, हर वेले दिल विच रब तेरा है नाम। मालिक तू मेरा, खालिक तू मेरा, मेरे लिए सब कुछ बस तेरी है शान। तन मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। नेकी दे नाल मैं तेरे कोल आवां, रोटी ते दाग रस तेनू मैं चढ़ावां। तेरे कोल आके मुक्ति मैं पाके, तेरे ही गीत मैं नित दिन गावां। तन मन ते तन सब है तेरा, करो कबूल चढ़ावा मेरा। जो कुछ है मेरा सब है तेरा, करो कबूल चढ़ावा मेरा। तन मन ते तन सब है तेरा, करो कबूल चढ़ावा मेरा। प्यारे प्रावत भैनों, प्रार्थना करो कि मेरी ਅਤੇ ਤੁਹਾਡੀ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ, ਨਾਲੇ ਸਾਡੇ ਤੇ ਸਾਰੀ ਪਵਿੱਤਰ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਇਹਨਾਂ ਤੋਹਫਿਆਂ ਨੂੰ ਵੇਖ ਜੋ ਤੇਰੀ ਕਲੀਸਿਆ ਪ੍ਰਾਰਥਨਾ ਕਰਦੀ ਹੋਈ ਤੈਨੂੰ ਚੜਾਉਂਦੀ ਹੈ। ਆਪਣੇ ਸਾਰੇ ਇਮਾਨਦਾਰਾਂ ਨੂੰ ਪਾਕ ਕਰਨ ਲਈ ਇਸ ਚੜਾਵੇ ਨੂੰ ਰੂਹਾਨੀ ਭੋਜਨ ਵਿੱਚ ਬਦਲ ਦੇ, ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ।
प्रभु तुहाड़े नाल होवे। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਵਾ ਪੂਰੀ ਕੁਦਰਤ ਵਾਲੇ ਦੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਵਨ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹ ਹੀ ਤੇਰਾ ਧੰਨਵਾਦ ਕਰੀਏ। ਪਿਆਰ ਨਾਲ ਅਸੀਂ ਉਸ ਦੀ ਮੌਤ ਨੂੰ ਮਨਾਉਂਦੇ ਹਾਂ, ਜੋਸ਼ੀਲੇ ਈਮਾਨ ਨਾਲ ਅਸੀਂ ਉਸ ਦੇ ਜੀਵਨ ਦਾ ਐਲਾਨ ਕਰਦੇ ਹਾਂ, ਅਟਲ ਉਮੀਦ ਨਾਲ ਅਸੀਂ ਉਸ ਦੀ ਜਲਾਲੀ ਆਮਦ ਨੂੰ ਉਡੀਕਦੇ ਹਾਂ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ज़मीन आसमान तेरी वडियाइयां नाल परे हने उच्चियां विचों होसना, होसना होसना होसना, होसना होसना होसना। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। होसना होसना होसना, होसना होसना होसना। पाक 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 खुदावन सदा, पाक 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 खुदावन सदा, खुदावन सदा लश्करां दा खुदा, खुदावन सदा लश्करां दा खुदा। ये प्रभु तू सचमुच पवित्र है ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹ ਹੀ ਅਤੇ ਰੂਹ ਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਇਹ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਹ ਪਾਕ ਦੇ ਰਾਹ ਹੀ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੇ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਸ ਹੁਕਮ ਨਾਲ ਅਸੀਂ ਇਹਨਾਂ ਪੈਦਾ ਨੂੰ ਮਨਾਉਂਦੇ ਹਾਂ। ਜਿਸ ਰਾਤ ਉਸ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦੇ ਆ ਬਰਕਤ ਦਿੱਤੀ। ਰੋਟੀ ਥੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦੀ ਆ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ।
ईमान दा भेद तू अपनी सलीब ते जी उठण देना सानू मौत कीता तू दुनिया दा मुक्ति दाता है। इसलिए हे प्रभु ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ ਉਸੇ ਜਲਾਲ ਜੀਵਨ ਦੇ ਸੁਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਹਾਂ। ਇਹ ਜੀਵਨ ਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਤੇ ਚੜਾਵੀ ਉਹਦੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ ਜਿਸ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆ ਨਾਲ ਖਾਸ ਕਰਕੇ ਧੰਨ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ ਉਸੇ ਗਵਾਰ ਦੇ ਮੁਬਾਰਕ ਵਰ ਸੰਦੀ ਯੂਸਫ ਦੇ ਨਾਲ ਤੇਰੇ ਧੰਨ ਰਸੂਲਾਂ ਨਾਲ ਤੇਜਸਵੀ ਸ਼ਹੀਦਾਂ ਨਾਲ ਅਤੇ ਤੇਰੇ ਸਾਰੇ ਸੰਦਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਇਸ ਵਾਰਿਸ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੱਢ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ। ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ ਆਪਣੇ ਸੇਵਕ ਸਾਡੇ ਸੰਤ ਪਾਪਾ ਫ੍ਰਾਂਸਿਸ ਨੂੰ ਸਾਡੇ ਬਿਸ਼ਪ ਫ੍ਰੈਂਕੋ ਨੂੰ ਸਾਡੇ ਰਸੂਲੀ ਸੰਚਾਲਕ ਬਿਸ਼ਪ ਐਗਨਲੋ ਨੂੰ ਕੁੱਲ ਦੁਨੀਆ ਦੇ ਬਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੇ ਤੂੰ ਆਪਣਾ ਬਣਾ ਲਿਆ ਹੈ ਈਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦੇ ਆ ਇਸ ਸੰਸਾਰ ਵਿੱਚੋਂ ਚਲਾਣਾ ਕਰ ਗਏ ਹਨ ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉਹਤੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰੱਖਣ ਦੀ ਉਮੀਦ ਰੱਖਦੇ ਹਾਂ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹ ਹੀ ਜਿਸ ਦੇ ਰਾਹ ਹੀ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹ ਹੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਬਾਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੈ ਸਦਾ ਤੋਂ ਸਦਾ ਤੀਕ। ਆਮੀਨ। ਆਓ ਸਾਰੇ ਆਪਣੇ ਖਾਸ ਜ਼ਰੂਰਤਾਂ ਨੂੰ ਖੁਦਾ ਦੇ ਚਰਨਾਂ ਵਿੱਚ ਸਮਰਪਿਤ ਕਰਦੇ ਹੋਏ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਆਮੀਨ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ ਆਪਣੇ ਰਹਿਮ ਨਾਲ ਸਾਡੇ ਦੇ ਨਾਮ ਵਿੱਚ ਸ਼ਾਂਤੀ ਦੇ ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਤੇ ਜਲਾਲ ਯੁਗੋ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੇ ਨਹੀਂ ਸਗੋਂ ਆਪਣੀ ਕਲੀਸਿਆ ਦੀ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ ਤੂੰ ਜੋ ਜੀਵਨ ਦੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪਸ ਵਿੱਚ ਸ਼ਾਂਤੀ ਦਾ ਸਲਾਮ ਦੇਈਏ।
खुदा दे तू दुनिया दे गुनाह चुक ले जांदा है। ए ले खुदा दे, ए ले खुदा दे साडे उते दया करो। ले खुदा दे तू दुनिया दे गुनाह चुक ले जांदा है। ए ले खुदा दे, ए ले खुदा दे सानू शांति प्रदान करो। सानू शांति प्रदान करो। सानू शांति प्रदान करो। देखो खुदा दे लेला इन वेखो जेड़ा संसार दे गुनाह चुक लेंदा है। धन हन वो जेड़े लेले दे बोझ लई सदे गए हन। ऐ प्रभु मैं ये सोचता नहीं हाँ कि तू मेरी छत थले आवे, पर एक ही शब्द आख तो मेरी रूह चंगी हो जाएगी। मसीह दा पता मतलब सदी विजय वल्ले मैंने संभाल रखी। नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। बिन तेरे मैं चैन न पावा, रात दिने मैं तेनू बुलावा। बिन तेरे मैं चैन न पावा, रात दिने मैं तेनू बुलावा। तेनू बुलावा मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। जो कोई आवे सो कोई पावे, दर तेरे तो खाली न जावे। जो कोई आवे सो कोई पावे, दर तेरे तो खाली न जावे। खाली न जावे मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। दर तेरे ते जो कोई आवे, चोलियां पर वापस जावे। दर तेरे ते जो कोई आवे, चोलियां पर वापस जावे। वापस जावे मेरे कोल आ प्यारे शाफिया, नूरी चेहरे दी झलक विखा जा। मेरे कोल आ प्यारे शाफिया, नूरी चेहरे दी झलक विखा जा। नूरी चेहरे दी झलक विखा जा। नूरी चेहरे दी झलक विखा जा।
ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ, ਆਪਣੇ ਅਲਤਾਰ ਤੋਂ ਤੂੰ ਸਾਨੂੰ ਰਜਾਇਆ ਹੈ, ਬਖਸ਼ ਦੇ ਕਿ ਇਹਨਾਂ ਪਾਕ ਭੇਦਾਂ ਵਿੱਚ ਹਿੱਸਾ ਲੈਣ ਦੇ ਰਾਹੀਂ ਤੇਰੀ ਨਜਾਤ ਦਾ ਕੰਮ ਸਾਡੇ ਜੀਵਨ ਵਿੱਚ ਹੋਰ ਜ਼ਿਆਦਾ ਅਸਰਦਾਈ ਹੋਵੇ। ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ, ਬਾਪ, ਬੇਟਾ ਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਪਾਕ ਮਾਸੀ ਕੁਰਬਾਨੀ ਚੜਾਈ ਗਈ ਹੈ, ਸ਼ਾਂਤੀ ਨਾਲ ਜਾਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰਨ। ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਇਹ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਧਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਮਰੀਮ ਪਿਆਰਾ ਜੀ ਦਾ ਨਾਮ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਖੁਸ਼ੀ ਦਾ ਸੁਨੇਹਾ ਜਬਰਾਈਲ ਆ ਕੇ ਦੱਸਿਆ, ਜਬਰੀਲ ਆ ਕੇ ਦੱਸਿਆ, ਯਿਸੂ ਨੇ ਅਵਤਾਰ ਲਿਆ, ਰੂਹ ਪਾਕ ਵਸਿਆ, ਰੂਹ ਪਾਕ ਵਸਿਆ। ਜਿਹੜੇ ਵੇਲੇ ਕੀਤੀ ਉਹਨੇ ਹਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਨਾਲੇ ਯਿਸੂ ਦੀ ਨਾਲੇ ਮੇਰੀ ਮਾਂ, ਸਭ ਔਰਤਾਂ ਦੇ ਵਿੱਚੋਂ ਧਨ ਹੈ। ਸਭ ਔਰਤਾਂ ਦੇ ਵਿੱਚੋਂ ਧਨ ਹੈ। ਸਭ ਔਰਤਾਂ ਦੇ ਵਿੱਚੋਂ ਧਨ ਹੈ। ਸਭ ਔਰਤਾਂ ਦੇ ਵਿੱਚੋਂ ਧਨ ਹੈ।